ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ। ਪ੍ਰਸੰਨਤਾ ਦੀ ਸੜਕ ਉਸਾਰੀ ਅਧੀਨ ਹੈ। ਕਈ ਦਿਨ ਅਜਿਹੇ ਹੁੰਦੇ ਹਨ ਜਦੋਂ ਅਸੀਂ ਪ੍ਰਸੰਨ ਚਿੱਤ ਨਾਲ ਇਹ ਅਰਦਾਸ ਕਰਦੇ ਹਾਂ ਕਿ ਸਾਰਿਆਂ ਲਈ ਸਾਰੇ ਦਿਨ ਅੱਜ ਵਰਗੇ ਹੋ ਜਾਣ। ਪ੍ਰਸੰਨਤਾ ਦੀ ਅਜਿਹੀ ਹਾਲਤ ਵਿੱਚ ਸਾਡਾ ਰੱਬ ਨੂੰ ਵੀ ਬੁਲਾਵਾ ਭੇਜਣ ਦਾ ਦਿਲ ਕਰਦਾ ਹੈ ਕਿ ਆ ਜਾ, ਸਾਡੇ ਨਾਲ ਨੱਚ ਲੈ। ਸਾਨੂੰ ਤੇਰਾ ਸਵਰਗ ਨਹੀਂ ਚਾਹੀਦਾ, ਸਾਨੂੰ ਤੂੰ ਚਾਹੀਦਾ ਹੈ। ਇਹਨਾਂ ਘੜੀਆਂ 'ਚ ਅਸੀਂ ਆਪਣੇ ਆਪ ਨਾਲ ਇੱਕ ਸੁਰ ਹੁੰਦੇ ਹਾਂ ਅਤੇ ਜੀਵਨ ਤੇ ਸਾਡੇ ਵਿਚਕਾਰ ਵਿੱਥ ਮਿਟ ਜਾਂਦੀ ਹੈ। ਪ੍ਰਸੰਨਤਾ ਮਨ ਦੀ ਉਹ ਅਵਸਥਾ ਹੈ ਜਦੋਂ ਸਭ ਕੁਝ ਬਹੁਤ ਸੋਹਣਾ ਲੱਗਦਾ ਹੈ। ਜਿਵੇਂ ਕੋਈ ਪ੍ਰੇਮਿਕਾ ਜਦੋਂ ਆਪਣੇ ਪ੍ਰੇਮੀ ਸਨਮੁਖ ਹੁੰਦੀ ਹੈ ਤਾਂ ਉਸ ਨਾਲ ਹੋਣ ਦੀ ਖੁਸ਼ੀ ਪ੍ਰਗਟਾਉਂਦੀ ਹੋਈ ਉਹ ਹੋਰ ਵੀ ਸੋਹਣੀ ਲੱਗਣ ਲੱਗ ਪੈਂਦੀ ਹੈ। ਪ੍ਰਸੰਨਤਾ ਸੁੰਦਰਤਾ ਦਾ ਸਰੋਤ ਹੈ। ਨਿਰਸੰਦੇਹ ਅਜਿਹੀਆਂ ਪ੍ਰਸੰਨ ਘੜੀਆਂ ਹਰ ਕਿਸੇ ਦੇ ਜੀਵਨ ਵਿੱਚ ਭਾਵੇਂ ਵਿਰਲੀਆਂ ਹੀ ਹੁੰਦੀਆਂ ਹਨ, ਪਰ ਇਹ ਹੁੰਦੀਆਂ ਹਰ ਕਿਸੇ ਦੇ ਜੀਵਨ ਵਿੱਚ ਹਨ। ਜਦੋਂ ਅਸੀਂ ਪ੍ਰਸੰਨ ਹੁੰਦੇ ਹਾਂ ਉਦੋਂ ਅਸੀਂ ਸਧਾਰਨ ਵਿਅਕਤੀ ਹੁੰਦੇ ਹਾਂ। ਕੁਦਰਤ ਦੀ ਸੁੰਦਰਤਾ ਉਹਦੇ ਸਧਾਰਨ ਤੇ ਸਰਲ ਹੋਣ ਵਿੱਚ ਹੈ। ਕੁਦਰਤ ਕਿਸੇ ਕੰਮ ਵਿੱਚ ਕਾਹਲੀ ਨਹੀਂ ਕਰਦੀ। ਕੁਦਰਤ ਕਿਸੇ ਵਰਤਾਰੇ ਦੇ ਵਿਸ਼ੇਸ਼ ਹੋਣ ਦਾ ਭਰਮ ਨਹੀਂ ਸਿਰਜਦੀ। ਪ੍ਰਸੰਨਤਾ ਜੀਵਨ ਦੀਆਂ ਆਮ ਹਾਲਤਾਂ ਨੂੰ ਮਾਨਣ ਵਿੱਚ ਹੈ। ਜੇ ਅਸੀਂ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਮਾਣ ਸਕਦੇ ਤਾਂ ਵੱਡੀਆਂ ਖੁਸ਼ੀਆਂ ਤੋਂ ਵੀ ਸਾਡਾ ਫਾਸਲਾ ਬਣਿਆ ਰਹੇਗਾ। ਆਪਣੇ ਆਪ ਨਾਲ ਇਮਾਨਦਾਰ, ਸੁਹਿਰਦ ਅਤੇ ਸੱਚੇ ਹੋਏ ਬਿਨਾਂ ਨਾ ਪ੍ਰਸੰਨ ਹੋਇਆ ਜਾ ਸਕਦਾ, ਨਾ ਹੀ ਸੰਤੁਸ਼ਟ। ਸਭ ਪ੍ਰਕਾਰ ਦੀ ਬੇਈਮਾਨੀ ਪ੍ਰਸੰਨਤਾ ਦੀ ਵਿਰੋਧੀ ਸ਼ਕਤੀ ਹੈ। ਬੇਈਮਾਨੀ ਨਾਲ ਅਸੀਂ ਧਨ ਕਮਾ ਸਕਦੇ ਹਾਂ, ਇਸ ਤੋਂ ਅੱਗੇ ਬੇਈਮਾਨੀ ਸਾਡਾ ਸਾਥ ਨਹੀਂ ਦੇ ਸਕਦੀ ਅਤੇ ਅਜਿਹੇ ਧਨ ਦੀ ਵੀ ਕੇਵਲ ਦੁਰਵਰਤੋਂ ਹੀ ਹੋ ਸਕਦੀ ਹੈ। ਮੇਰੇ ਇੱਕ ਜਾਣੂ ਹਨ। ਮੇਰਾ ਦੁਰਭਾਗ ਹੈ ਕਿ ਉਹ ਮੇਰੇ ਜਾਣੂ ਹਨ। ਉਹ ਮਸਾਲਿਆਂ ਵਿੱਚ ਮਿਲਾਵਟ ਕਰਦੇ ਹਨ। ਉਹਨਾਂ ਨੇ ਧਨ ਕਮਾ ਲਿਆ ਹੈ, ਪਰ ਉਹ ਆਪ ਕਹਿੰਦੇ ਹਨ ਕਿ ਮਨ ਉਚਾਟ ਰਹਿੰਦਾ ਹੈ, ਦਿਲ ਉਪਰਾਮ ਰਹਿੰਦਾ ਹੈ। ਉਹਨਾਂ ਦਾ ਸ਼ਿਕਵਾ ਹੈ ਕਿ ਜੀਵਨ ਵਿੱਚ ਕੋਈ ਖਾਲਸ ਪ੍ਰਸੰਨਤਾ ਨਹੀਂ ਮਿਲੀ। ਉਹ ਹਰ ਕਿਸੇ ਨੂੰ, ਆਪਣੀ ਸੰਤਾਨ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਹਨ। ਉਹਨਾਂ ਨੂੰ ਹਰ ਕੋਈ ਆਪਣਾ ਦੁਸ਼ਮਣ ਵਿਖਾਈ ਦਿੰਦਾ ਹੈ। ਉਹ ਹਰ ਕਿਸੇ ਨੂੰ ਬੇਈਮਾਨ ਸਿੱਧ ਕਰਦੇ ਹਨ। ਨਿਰਸੰਦੇਹ ਹਰ ਬੇਈਮਾਨ ਇਸ ਭੁਲੇਖੇ ਦਾ ਸ਼ਿਕਾਰ ਹੈ ਕਿ ਉਹ ਦੂਜਿਆਂ ਨਾਲੋਂ ਘੱਟ ਬੇਈਮਾਨ ਹੈ। ਪ੍ਰਸੰਨਤਾ ਵਿੱਚ ਮਿਲਾਵਟ ਸੰਭਵ ਨਹੀਂ, ਇਸੇ ਲਈ ਇਹ ਉਹਨਾਂ ਦੀ ਪਹੁੰਚ ਵਿੱਚ ਨਹੀਂ। ਸਾਰੇ ਧਰਮ ਕਹਿੰਦੇ ਹਨ ਕਿ ਦੁਸ਼ਮਣ ਨੂੰ ਪਿਆਰ ਕਰੋ। ਧਰਮ ਇਹ ਵੀ ਕਹਿੰਦੇ ਹਨ ਕਿ ਗੁਆਂਢੀ ਨੂੰ ਵੀ ਪਿਆਰ ਕਰੋ। ਆਮ ਕਰਕੇ ਗੁਆਂਢੀ ਹੀ ਦੁਸ਼ਮਣ ਹੁੰਦੇ ਹਨ। ਇਸੇ ਕਰਕੇ ਇੱਕੋ ਵੇਲੇ ਗੁਆਂਢੀ ਤੇ ਦੁਸ਼ਮਣ ਦੋਹਾਂ ਨੂੰ ਪਿਆਰ ਕਰਨਾ ਅਸੰਭਵ ਹੁੰਦਾ ਹੈ। ਜਦੋਂ ਮਨੁੱਖ ਨੇ ਦੁਖੀ ਤੇ ਨਿਰਾਸ਼ ਹੋਣਾ ਹੁੰਦਾ ਹੈ ਤਾਂ ਉਹ ਕਿਸੇ ਨਾ ਕਿਸੇ ਨੂੰ ਆਪਣਾ ਦੁਸ਼ਮਣ ਮਿਥ ਲੈਂਦਾ ਹੈ ਤੇ ਉਹਦਾ ਸਭ ਕੁਝ ਡਰ ਦੀ ਭਾਵਨਾ ਨਾਲ ਕੀਤਾ ਹੋਣ ਕਾਰਨ ਹਾਸੋਹੀਣਾ ਹੋ ਨਿਬੜਦਾ ਹੈ। ਇਹ ਨਿਸ਼ਚਿਤ ਹੈ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਵਿਰੋਧ ਵਿੱਚ ਵਿਚਰੋਗੇ ਤਾਂ ਕੋਈ ਨਾ ਕੋਈ ਵਰਤਾਰਾ ਉਸ ਵਿਰੋਧ ਦਾ ਵਿਰੋਧ ਕਰਨ ਲਈ ਉੱਭਰ ਪਏਗਾ। ਜੇ ਤੁਸੀਂ ਸਰੀਰ ਦੀ ਦੁਰਵਰਤੋਂ ਕਰੋਗੇ ਤਾਂ ਕੋਈ ਨਾ ਕੋਈ ਰੋਗ ਉਸ ਦੁਰਵਰਤੋਂ ਦਾ ਵਿਰੋਧ ਕਰੇਗਾ। ਅਜੋਕੇ ਯੁੱਗ ਵਿੱਚ ਮਨੁੱਖ ਦੇ ਬਾਹਰੀ ਸੰਸਾਰ ਵਿੱਚ ਵੱਡੀਆਂ ਤਬਦੀਲੀਆਂ ਵਾਪਰੀਆਂ ਹਨ, ਪਰ ਉਹਦਾ ਅੰਦਰਲਾ ਹੋਰ ਸੁੰਗੜ ਗਿਆ ਹੈ। ਉਹਨੇ ਆਪਣੇ ਆਲੇ ਦੁਆਲੇ ਵਸਤਾਂ ਦੇ ਅੰਬਾਰ ਲਾ ਲਏ ਹਨ, ਪਰ ਉਹਦਾ ਅੰਦਰਲਾ ਪਹਿਲੇ ਨਾਲੋਂ ਵੀ ਵਧੇਰੇ ਖੋਖਲਾ ਹੋ ਗਿਆ। ਹਰ ਸੁੱਖ ਸੁਆਦ ਇੱਕ ਸੀਮਾ ਤੋਂ ਅੱਗੇ ਬਿਮਾਰੀ ਦਾ ਰੂਪ ਧਾਰ ਲੈਂਦਾ ਹੈ। ਹਰ ਬਿਮਾਰੀ ਸਾਡੇ ਭਰੋਸੇ ਨੂੰ ਡੇਗਦੀ ਤੇ ਸਾਡੇ ਡਰ ਨੂੰ ਵਧਾਉਂਦੀ ਹੈ। ਜਦੋਂ ਤੁਸੀਂ ਅਰੋਗ ਹੁੰਦੇ ਹੋ ਤਾਂ ਤੁਸੀਂ ਡਰ ਤੋਂ ਵੀ ਮੁਕਤ ਹੁੰਦੇ ਹੋ। ਇਸੇ ਕਰਕੇ ਕਹਿੰਦੇ ਹਨ ਕਿ ਤੁਸੀਂ ਆਪਣੇ ਡਰ ਦੂਰ ਕਰ ਦਿਓ, ਜੋ ਬਾਕੀ ਰਹਿ ਜਾਏਗਾ ਉਹ ਸਵੈ ਵਿਸ਼ਵਾਸ ਹੋਏਗਾ। ਤੁਸੀਂ ਈਰਖਾ ਤੇ ਸਾੜਾ ਤਿਆਗ ਦਿਓ, ਜੋ ਬਾਕੀ ਬਚ ਜਾਏਗਾ ਉਹ ਪ੍ਰਸੰਨਤਾ ਹੋਏਗੀ। ਜਦੋਂ ਤੁਸੀਂ ਪ੍ਰਸੰਨ ਹੋਵੋਗੇ ਉਦੋਂ ਤੁਹਾਨੂੰ ਆਪਣੇ ਗੁਆਂਢੀ ਦੁਸ਼ਮਣ ਨਹੀਂ, ਸਹਿਯੋਗੀ ਪ੍ਰਤੀਤ ਹੋਣਗੇ। ਪੌੜੀ ਉੱਤੇ ਚੜ੍ਹਨ ਤੇ ਥੱਲੇ ਉਤਰਨ ਦੋਹਾਂ ਕੰਮਾਂ ਲਈ ਵਰਤੀ ਜਾਂਦੀ ਹੈ। ਇਵੇਂ ਹੀ ਗਿਆਨ ਤੇ ਅਹੁਦੇ ਦੀ ਵਰਤੋਂ ਚੰਗੇ ਤੇ ਮਾੜੇ ਦੋਹਾਂ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਕਿਸੇ ਵੱਡੇ ਅਹੁਦੇ ਤੇ ਲੱਗਦੇ ਹਾਂ ਤਾਂ ਸਾਡੇ ਗੁਣਾਂ ਦੇ ਨਾਲ ਨਾਲ ਸਾਡੇ ਔਗੁਣ ਵੀ ਵਧੇਰੇ ਪ੍ਰਤੱਖ ਵਿਖਾਈ ਦੇਣ ਲੱਗ ਪੈਂਦੇ ਹਨ। ਅਸੀਂ ਯਤਨ ਕਰਦੇ ਹਾਂ ਕਿ ਲੋਕ ਸਾਡੇ ਗੁਣ ਹੀ ਵੇਖਣ, ਪਰ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਕੇਵਲ ਔਗੁਣ ਹੀ ਵੇਖਦੇ ਹਨ। ਇਹੀ ਕਾਰਨ ਹੈ ਕਿ ਆਪਸੀ ਸਤਿਕਾਰ ਦੇ ਰਿਸ਼ਤੇ ਵਿਰੋਧ, ਈਰਖਾ ਤੇ ਸਾੜੇ ਦੇ ਰਿਸ਼ਤੇ ਹੋ ਨਿਬੜਦੇ ਹਨ। ਸਮਝਣ ਵਿੱਚ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਕਿ ਸਾਡੇ ਰਿਸ਼ਤਿਆਂ ਵਿੱਚੋਂ ਆਦਰ ਤੇ ਨਿੱਘ ਕਿਉਂ ਲੋਪ ਹੋ ਗਏ ਹਨ। ਹੁਣ
ਕਿਸੇ ਨੂੰ ਵੀ ਪ੍ਰਸੰਨ ਚਿੱਤ ਹੋ ਕੇ ਮਿਲਣਾ ਬੜਾ ਮੁਸ਼ਕਿਲ ਹੋ ਗਿਆ। ਜਿਵੇਂ ਗੁਰੂ ਦਾ ਕੋਈ ਧਰਮ ਨਹੀਂ ਹੁੰਦਾ, ਗੁਰੂ ਆਪਣੇ ਆਪ ਵਿੱਚ ਧਰਮ ਹੁੰਦਾ ਹੈ, ਉਵੇਂ ਜੀਵਨ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਜੀਵਨ ਆਪਣੇ ਆਪ ਵਿੱਚ ਇੱਕ ਮੰਜ਼ਿਲ ਹੈ। ਇਹ ਮਨੁੱਖ ਦਾ ਦੁਰਭਾਗ ਹੈ ਕਿ ਉਹ ਜੀਵਨ ਦੇ ਮੁਕਾਬਲੇ ਕਿਸੇ ਆਦਰਸ਼ ਨੂੰ ਵਧੇਰੇ ਮਹੱਤਵ ਪ੍ਰਦਾਨ ਕਰਕੇ ਪ੍ਰਸੰਨਤਾ ਵੱਲ ਪਿੱਠ ਕਰਕੇ ਖਲੋ ਜਾਂਦਾ ਹੈ। ਆਦਰਸ਼ ਭਾਵੇਂ ਕੋਈ ਵੀ ਹੋਣ, ਆਦਰਸ਼ ਜੀਵਨ ਦੇ ਸੇਵਕ ਹਨ, ਮਾਲਕ ਨਹੀਂ। ਆਦਰਸ਼ਾਂ ਨਾਲ ਅਸੀਂ ਆਪਣਾ ਜੀਵਨ ਉਚਿਆਉਣਾ ਹੁੰਦਾ ਹੈ। ਆਦਰਸ਼ਾਂ ਨਾਲ ਜੀਵਨ ਨੂੰ ਟੋਇਆਂ ਦਾਇਰਿਆਂ ਵਿੱਚ ਵੰਡਣਾ ਨਹੀਂ ਹੁੰਦਾ। ਆਦਰਸ਼ ਮਨੁੱਖ ਦੀ ਖੁਸ਼ੀ, ਖੁਸ਼ਹਾਲੀ ਤੇ ਖੂਬਸੂਰਤੀ ਦੇ ਸਾਧਨ ਹਨ। ਕੋਈ ਵੀ ਆਦਰਸ਼ ਓਨਾ ਚਿਰ ਸਤਿਕਾਰਯੋਗ ਨਹੀਂ ਹੁੰਦਾ ਜਦੋਂ ਤੱਕ ਉਹ ਹਰ ਮਨੁੱਖ ਲਈ ਜੀਵਨ ਮਾਨਣ ਦਾ ਸਾਧਨ ਨਹੀਂ ਬਣਦਾ। ਸਰਬ ਸਾਂਝੇ ਆਦਰਸ਼ ਸਾਡੀਆਂ ਦੁਚਿੱਤੀਆਂ ਨੂੰ ਦੂਰ ਕਰਦੇ ਹਨ। ਇਹ ਸਾਨੂੰ ਜੀਵਨ ਦਾ ਮਨੋਰਥ ਦੱਸਦੇ ਹਨ, ਜਿਨ੍ਹਾਂ ਦੀ ਪੂਰਤੀ ਲਈ ਅਸੀਂ ਉੱਦਮ ਕਰਦੇ ਹਾਂ। ਇਸ ਉੱਦਮ ਵਿੱਚੋਂ ਜੀਵਨ ਦੀ ਤਸੱਲੀ ਤੇ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਗਿਆਨ ਵਾਂਗ ਆਦਰਸ਼ ਦੀ ਵੀ ਚੰਗੀ ਤੇ ਮਾੜੀ ਦੋਵੇਂ ਪ੍ਰਕਾਰ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਸਾਵਾਦੀ ਜਥੇਬੰਦੀਆਂ ਕੋਈ ਆਦਰਸ਼ ਮਿਥਕੇ ਹੀ ਹਿੰਸਾ ਕਰਦੀਆਂ ਹਨ ਤੇ ਆਪਣੇ ਆਦਰਸ਼ ਦੀ ਰੋਸ਼ਨੀ ਵਿੱਚ ਉਹ ਆਪਣੇ ਵੱਲੋਂ ਕੀਤੀਆਂ ਜਾਂਦੀਆਂ ਮਰਨ ਮਾਰਨ ਦੀਆਂ ਕਾਰਵਾਈਆਂ ਨੂੰ ਆਪਣੇ ਆਦਰਸ਼ ਲਈ ਕੀਤੀਆਂ ਜਾਂਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦੱਸਦੀਆਂ ਹਨ। ਪਰਉਪਕਾਰ, ਲੋਕ ਸੇਵਾ, ਸਮਾਜ ਸੁਧਾਰ, ਦੇਸ਼ ਭਗਤੀ, ਧਰਮ ਰੱਖਿਆ ਆਦਿ ਉਹਨਾਂ ਲੋਕਾਂ ਦੇ ਆਦਰਸ਼ ਹੁੰਦੇ ਹਨ ਜਿਹੜੇ ਕਹਿਣ ਭਾਵੇਂ ਕੁਝ, ਉਹ ਲੋਕਾਂ ਉੱਤੇ ਰਾਜ ਕਰਨ ਦੀ ਇੱਛਾ ਤੋਂ ਪ੍ਰੇਰਿਤ ਹੁੰਦੇ ਹਨ। ਅਜਿਹੇ ਲੋਕ ਆਪਣੇ ਆਪ ਉੱਤੇ ਜਿੱਤ ਪ੍ਰਾਪਤ ਕਰਨ ਦੀ ਥਾਂ ਦੂਜਿਆਂ ਨੂੰ ਹਰਾਉਣ ਦਾ ਬੀੜਾ ਚੁੱਕਦੇ ਹਨ। ਅਜਿਹੇ ਵਿਅਕਤੀ ਪ੍ਰਸੰਨਤਾ ਦੇ ਵਿਰੋਧੀ ਹੁੰਦੇ ਹਨ। ਹਰ ਸਮਾਜ ਵਿੱਚ ਇਵੇਂ ਹੀ ਵਾਪਰ ਰਿਹਾ ਹੈ। ਹਰ ਸਮਾਜ ਵਿੱਚ ਦੋਸ਼ ਹਨ, ਕੋਈ ਵੀ ਸਮਾਜ ਦੋਸ਼ ਰਹਿਤ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਸਮਾਜ ਦੀ ਉਸਾਰੀ ਮਨੁੱਖ ਦੀ ਸੁਤੰਤਰ ਹੋਣ ਦੀ ਬੁਨਿਆਦੀ ਤਾਂਘ ਨੂੰ ਕੁਚਲ ਕੇ ਕੀਤੀ ਗਈ ਹੈ। ਹਰ ਸਮਾਜ ਦਾ ਇਹ ਲੱਛਣ ਹੈ ਕਿ ਪਹਿਲਾਂ ਇਹ ਕੁਰੀਤੀਆਂ ਉਪਜਾਉਂਦਾ ਹੈ ਤੇ ਜਾਤ ਪਾਤ ਵਾਂਗ ਉਹਨਾਂ ਦੀਆਂ ਜੜ੍ਹਾਂ ਪੱਕੀਆਂ ਕਰਦਾ ਹੈ ਤੇ ਫਿਰ ਉਹਨਾਂ ਹੀ ਕੁਰੀਤੀਆਂ ਨੂੰ ਦੂਰ ਕਰਨ ਲਈ ਵਿਚਾਰਧਾਰਾਵਾਂ, ਸਿਧਾਂਤ, ਜਥੇਬੰਦੀਆਂ ਆਦਿ ਉਸਾਰਦਾ ਹੈ। ਕੋਈ ਵੀ ਮਹਾਂਪੁਰਸ਼ ਆਪ ਕੋਈ ਸਿਧਾਂਤ ਨਹੀਂ ਸਿਰਜਦਾ। ਹਰ ਮਹਾਂਪੁਰਸ਼ ਸਧਾਰਨ ਵਿਅਕਤੀ ਵਾਂਗ ਵਿਚਰਿਆ ਹੈ, ਪਰ ਸਵਾਰਥ ਨਾਲ ਪ੍ਰੇਰੇ ਹੋਏ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਨਾਂ ਤੇ ਸਿਧਾਂਤ ਅਤੇ ਧਰਮ ਉਸਾਰਦੇ ਹਨ ਅਤੇ ਸਧਾਰਨ ਲੋਕਾਂ ਨੂੰ ਉਹਨਾਂ ਨਾਲ ਬੰਨ੍ਹਦੇ ਤੇ ਕੱਸਦੇ ਹਨ। ਇਵੇਂ ਦੋਸ਼ਪੂਰਨ ਸਮਾਜ ਵਿੱਚ ਸਧਾਰਨ ਵਿਅਕਤੀ ਵੀ ਦੋਸ਼ਪੂਰਨ ਹੋ ਜਾਂਦਾ ਹੈ। ਵੇਖਿਆ ਗਿਆ ਹੈ ਕਿ ਕਿਸੇ ਸਧਾਰਨ ਵਿਅਕਤੀ ਦੇ ਦੋਸ਼ ਕਦੇ ਵੀ ਸਮੁੱਚੇ ਸਮਾਜ ਲਈ ਹਾਨੀਕਾਰਕ ਨਹੀਂ ਹੁੰਦੇ, ਜਦੋਂ ਕਿ ਸਮਾਜ ਦੇ ਦੋਸ਼ ਉਸ ਸਮਾਜ ਦੇ ਹਰ ਵਿਅਕਤੀ ਲਈ ਮਾਰੂ ਸਿੱਧ ਹੁੰਦੇ ਹਨ। ਅਜਿਹੇ ਸਮਾਜ ਦਾ ਕੋਈ ਵੀ ਵਿਅਕਤੀ ਪ੍ਰਸੰਨ ਚਿੱਤ ਨਹੀਂ ਹੋ ਸਕਦਾ। ਜਦੋਂ ਕੋਈ ਵਿਅਕਤੀ ਜਾਂ ਧੜਾ ਸਮਾਜ ਦਾ ਆਦਰਸ਼ ਬਣ ਜਾਂਦਾ ਹੈ ਤਾਂ ਉਸ ਦੇ ਦੋਸ਼ ਵੀ ਆਦਰਸ਼ ਬਣ ਜਾਂਦੇ ਹਨ। ਉਸ ਵਿਅਕਤੀ ਨਾਲ ਆਪਣੇ ਆਪ ਨੂੰ ਜੋੜ ਕੇ ਹਰ ਸਮਾਜ ਆਪਣੇ ਇਤਿਹਾਸ ਦਾ ਤੇ ਆਪਣੇ ਮਹਾਨ ਹੋਣ ਦਾ ਆਦਰਸ਼ ਉਸਾਰ ਕੇ ਹਿੰਸਾਵਾਦੀ ਹੋ ਨਿਬੜਦਾ ਹੈ। ਜਦੋਂ ਕਿਸੇ ਸਮਾਜ ਜਾਂ ਕੌਮ ਨੂੰ ਆਪਣੇ ਮਹਾਨ ਹੋਣ ਦਾ ਭੁਲੇਖਾ ਪੈ ਜਾਏ ਤਾਂ ਉਹ ਸਮਾਜ ਤੇ ਕੌਮ ਆਪਣੇ ਆਪ ਨੂੰ ਵਿਸ਼ੇਸ਼ ਤੇ ਅਸਾਧਾਰਨ ਸਮਝਣ ਲੱਗ ਪੈਂਦੇ ਹਨ ਤੇ ਉਹਨਾਂ ਦੀ ਹਉਮੈ ਵੀ ਅਸਾਧਾਰਨ ਹੋ ਨਿਬੜਦੀ ਹੈ। ਇਵੇਂ ਉਹਨਾਂ ਦੀ ਅਸਾਧਾਰਨ ਹਉਮੈ ਦਾ ਮੁੱਲ ਸਧਾਰਨ ਲੋਕਾਂ ਨੂੰ ਤਾਰਨਾ ਪੈਂਦਾ ਹੈ। ਸਮਾਜ ਭਾਵੇਂ ਕੋਈ ਵੀ ਹੋਵੇ, ਹਰ ਯੁੱਗ ਵਿੱਚ ਹਰ ਅਨਿਆਏ ਦਾ ਸ਼ਿਕਾਰ ਸਧਾਰਨ ਲੋਕਾਂ ਨੂੰ ਹੋਣਾ ਪੈਂਦਾ ਹੈ। ਸਾਨੂੰ ਹਰ ਸਮਾਜ ਇਸ ਲਈ ਦੁਖੀ ਤੇ ਪੀੜਤ ਨਜ਼ਰ ਆਉਂਦਾ ਹੈ ਕਿਉਂਕਿ ਹਰ ਸਮਾਜ ਨੂੰ ਆਪਣੇ ਅਸਾਧਾਰਨ ਤੇ ਵਿਸ਼ੇਸ਼ ਹੋਣ ਦਾ ਰੋਗ ਚਿੰਬੜਿਆ ਹੋਇਆ ਹੈ। ਰੋਗੀ ਸਮਾਜ ਰੋਗੀ ਵਿਅਕਤੀ ਹੀ ਸਿਰਜਦਾ ਹੈ। ਹਰ ਅਜੋਕੇ ਸਮਾਜ ਵਿੱਚ ਸਧਾਰਨ ਵਿਅਕਤੀ ਨੂੰ ਸ਼ਰਮਿੰਦਿਆਂ ਕਰਨ ਦਾ ਹਰ ਸੰਭਵ ਢੰਗ ਤੇ ਯਤਨ ਅਪਣਾਇਆ ਜਾ ਰਿਹਾ ਹੈ। ਅਸਾਧਾਰਨਤਾ ਦਾ ਰੋਗ ਇਸ ਹੱਦ ਤੱਕ ਵੱਧ ਗਿਆ ਹੈ ਕਿ ਹਰ ਮਾਂ ਆਪਣੀ ਸੰਤਾਨ ਨੂੰ ਅਸਾਧਾਰਨ ਸਿੱਧ ਕਰਨ ਦਾ ਉਚੇਚਾ ਯਤਨ ਕਰ ਰਹੀ ਹੈ। ਬੱਚਿਆਂ ਸਾਹਮਣੇ ਅਸੰਭਵ ਨਿਸ਼ਾਨੇ ਉਸਾਰ ਕੇ ਉਹਨਾਂ ਵਿੱਚ ਪ੍ਰਸੰਨ ਹੋਣ ਦੀ ਸਮਰੱਥਾ ਤੇ ਸੰਭਾਵਨਾ ਹੀ ਮੁਕਾਈ ਜਾ ਰਹੀ ਹੈ। ਕੀ ਆਦਰਸ਼ ਨਹੀਂ ਹੋਣੇ ਚਾਹੀਦੇ? ਹੋਣੇ ਚਾਹੀਦੇ ਹੈ, ਪਰ ਇਹ ਕਿਸੇ ਹੋਰ ਮਨੋਰਥ ਲਈ ਸਾਧਨ ਨਹੀਂ ਹੋਣੇ ਚਾਹੀਦੇ। ਚੰਗੀ ਸਿਹਤ ਤੇ ਗਿਆਨਵਾਨ ਹੋਣਾ ਆਪਣੇ ਆਪ ਵਿੱਚ ਆਦਰਸ਼ ਹਨ, ਪਰ ਜਦੋਂ ਚੰਗੀ ਸਿਹਤ ਵਾਲੇ ਵਿਅਕਤੀਆਂ ਨੂੰ ਫੌਜ ਵਿੱਚ ਤੇ ਗਿਆਨਵਾਨ ਵਿਅਕਤੀਆਂ ਨੂੰ ਸਿਧਾਂਤਾਂ ਦੇ ਪ੍ਰਚਾਰ ਲਈ ਵਰਤਿਆ ਜਾਂਦਾ ਹੈ
ਤਾਂ ਇਹ ਆਪਣੇ ਆਪ ਵਿੱਚ ਆਦਰਸ਼ ਨਾ ਰਹਿ ਕੇ ਦੁਰਵਰਤੋਂ ਦੇ ਸਾਧਨ ਬਣ ਜਾਂਦੇ ਹਨ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਆਪਣੀ ਯੋਗਤਾ ਤੇ ਸਮਰੱਥਾ ਦੀ ਦੁਰਵਰਤੋਂ ਕਰਕੇ ਪ੍ਰਸੰਨ ਹੋਣਾ ਚਾਹੁੰਦੇ ਹਾਂ। ਇਹ ਕਦੇ ਵੀ ਸੰਭਵ ਨਹੀਂ ਹੋਏਗਾ, ਕਿਉਂਕਿ ਅਸੀਂ ਆਪਣੀ ਮੰਜ਼ਿਲ ਬਾਰੇ ਹੀ ਸਪਸ਼ਟ ਨਹੀਂ ਹਾਂ। ਜੇ ਅਸੀਂ ਮੰਜ਼ਿਲ ਬਾਰੇ ਸਪਸ਼ਟ ਹਾਂ ਤਾਂ ਸਾਨੂੰ ਦੌੜਨ ਦੀ ਲੋੜ ਨਹੀਂ। ਦੌੜਨਾ ਪ੍ਰਸੰਨ ਵਿਅਕਤੀ ਦਾ ਲੱਛਣ ਨਹੀਂ ਹੁੰਦਾ। ਉਹ ਟੁਰਨ ਨਾਲ ਹੀ ਮੰਜ਼ਿਲ ਤੇ ਅੱਪੜ ਜਾਂਦਾ ਹੈ। ਜੇ ਰਸਤਾ ਠੀਕ ਹੈ ਤਾਂ ਮੰਜ਼ਿਲ ਦਾ ਸੰਸਾ ਨਹੀਂ ਰਹਿੰਦਾ। ਇਵੇਂ ਹੀ ਜੇ ਨਜ਼ਰ ਮੰਜ਼ਿਲ ਉੱਤੇ ਟਿਕੀ ਹੋਈ ਹੈ ਤਾਂ ਰਸਤਾ ਕਦੇ ਗੁਆਚਣਾ ਨਹੀਂ। ਕਹਿੰਦੇ ਹਨ ਜੇ ਪ੍ਰਬੰਧਕ ਇਮਾਨਦਾਰ ਹੋਣ ਤਾਂ ਉਹਨਾਂ ਦੀ ਆਗਿਆ ਤੋਂ ਬਿਨਾਂ ਵੀ, ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵੀ ਸਭ ਕੁਝ ਠੀਕ ਹੁੰਦਾ ਜਾਏਗਾ। ਪਰ ਜੇ ਪ੍ਰਬੰਧਕ ਬੇਈਮਾਨ ਹੋਣ ਤਾਂ ਉਹਨਾਂ ਦੀ ਆਗਿਆ ਦੇ ਬਾਵਜੂਦ ਕੁਝ ਵੀ ਠੀਕ ਨਹੀਂ ਹੋਏਗਾ। ਚੰਗੇ ਪ੍ਰਬੰਧਕ ਆਪਣੇ ਆਲੇ ਦੁਆਲੇ ਭਰੋਸੇ, ਉਤਸ਼ਾਹ ਤੇ ਪ੍ਰਸੰਨਤਾ ਦਾ ਵਾਤਾਵਰਨ ਉਸਾਰਦੇ ਹਨ ਤੇ ਉਹ ਸਧਾਰਨ ਵਿਅਕਤੀਆਂ ਵਾਂਗ ਵਰਤਾਉਂਦੇ ਹਨ। ਸਧਾਰਨ ਜੀਵਨ ਸੰਤੁਸ਼ਟਤਾ ਦਾ ਜੀਵਨ ਹੈ। ਸਧਾਰਨ ਜੀਵਨ ਵਿੱਚ ਨਿੱਕੀਆਂ ਨਿੱਕੀਆਂ ਭੁੱਲਾਂ ਹਨ, ਨਿੱਕੀਆਂ ਨਿੱਕੀਆਂ ਖੁਸ਼ੀਆਂ ਹਨ। ਅਜਿਹੇ ਜੀਵਨ ਵਿੱਚ ਨਾ ਸਭ ਕੁਝ ਅੱਛਾ ਹੈ ਤੇ ਨਾ ਹੀ ਸਭ ਕੁਝ ਬੁਰਾ ਹੈ। ਸਧਾਰਨ ਜੀਵਨ ਵਿਕਾਸ ਦਾ ਜੀਵਨ ਹੈ, ਜਦੋਂ ਕਿ ਉਚੇਚ ਦਾ ਜੀਵਨ ਉਪਰਾਮਤਾ ਤੇ ਭਟਕਣ ਦਾ ਜੀਵਨ ਹੈ। ਸਧਾਰਨ ਲੋਕਾਂ ਦੇ ਸਾਧ ਮੁਰਾਦੇ ਸੁਪਨੇ, ਉਹਨਾਂ ਦੇ ਨਿੱਕੇ ਨਿੱਕੇ ਸਵਾਰਥਾਂ ਤੇ ਸੁੱਖਾਂ ਨਾਲ ਜੁੜੀਆਂ ਉਹਨਾਂ ਦੀਆਂ ਸਧਾਰਨ ਖੁਸ਼ੀਆਂ ਹੀ ਉਹਨਾਂ ਦਾ ਅਸਲੀ ਧਨ ਹਨ। ਉਚੇਚੇ ਤਪ, ਸਿਮਰਨ, ਪਾਠ, ਯੱਗ, ਜਗਰਾਤੇ, ਕੀਰਤਨ, ਭਜਨ ਆਦਿ ਮੁਕਤੀ ਤੇ ਪ੍ਰਸੰਨਤਾ ਦੇ ਸਾਧਨ ਨਹੀਂ, ਦਿਖਾਵੇ ਦੀ ਲਾਲਸਾ ਦਾ ਪ੍ਰਗਟਾਵਾ ਹਨ। ਇਸੇ ਕਰਕੇ ਇਹਨਾਂ ਵਿੱਚੋਂ ਪ੍ਰਸੰਨਤਾ ਨਹੀਂ, ਨਿਰਾਸ਼ਤਾ ਉਪਜਦੀ ਹੈ। ਇੱਕ ਬਜ਼ੁਰਗ ਮੇਰੇ ਮਿੱਤਰ ਹਨ। ਉਹਨਾਂ ਨੇ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਜਾਇਦਾਦ ਬਣਾਉਣ ਨੂੰ ਆਪਣਾ ਆਦਰਸ਼ ਮਿੱਥ ਰੱਖਿਆ। ਉਹ ਖੋਣ ਵਿੱਚ ਨਿਪੁੰਨ ਹਨ। ਵੰਡਣ ਦਾ ਹੁਨਰ ਉਹਨਾਂ ਨੇ ਨਹੀਂ ਸਿੱਖਿਆ। ਉਹ ਪਿਛਲੇ ਹਫ਼ਤੇ ਕਹਿਣ ਲੱਗੇ, ਪ੍ਰੋਫੈਸਰ ਸਾਹਿਬ, ਇੰਨੀ ਜਾਇਦਾਦ ਛੱਡ ਕੇ ਮਰਨਾ ਬਹੁਤ ਮੁਸ਼ਕਿਲ ਲੱਗ ਰਿਹਾ। ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਕਿਧਰੇ ਸੁੱਤੇ ਸੁੱਤੇ ਨੂੰ ਹੀ ਮੈਨੂੰ ਮਾਰ ਹੀ ਨਾ ਦੇਣ। ਮੇਰੇ ਇੱਕ ਹੋਰ ਮਿੱਤਰ ਹਨ। ਉਹਨਾਂ ਦੇ ਘਰ ਦਾ ਬਨੇਰਾ ਬਾਜ਼ਾਰ ਵੱਲ ਹੈ। ਜਦੋਂ ਕਦੇ ਕੋਈ ਰੌਣਕ ਵਾਲਾ ਜਲੂਸ ਬਾਜ਼ਾਰ ਵਿੱਚੋਂ ਲੰਘਣਾ ਹੁੰਦਾ ਹੈ ਤਾਂ ਆਲੇ ਦੁਆਲੇ ਦੇ ਘਰਾਂ ਦੇ ਲੋਕ ਉਹਨਾਂ ਦੇ ਬਨੇਰੇ ਦਾ ਸ਼ਿੰਗਾਰ ਬਣ ਜਾਂਦੇ ਹਨ। ਪਹਿਲਾਂ ਉਹਨਾਂ ਨੂੰ ਇਸ ਗੱਲ ਤੋਂ ਬੜੀ ਪਰੇਸ਼ਾਨੀ ਹੁੰਦੀ ਸੀ, ਪਰ ਹੁਣ ਉਹਨਾਂ ਨੇ ਇਸ ਮੁਸੀਬਤ ਨੂੰ ਪ੍ਰਸੰਨਤਾ ਵਿੱਚ ਬਦਲ ਲਿਆ। ਹੁਣ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਆਪ ਸੱਦ ਲਿਆਉਂਦੇ ਹਨ। ਉਹਨਾਂ ਦਾ ਨਿਗੁਣਾ ਬਨੇਰਾ ਵੀ ਉਹਨਾਂ ਦੀ ਪ੍ਰਸੰਨਤਾ ਦਾ ਸਾਧਨ ਹੈ। ਸਧਾਰਨ ਬਣਨਾ ਜੋ ਕਿ ਮਨੁੱਖ ਦੀ ਸਭ ਤੋਂ ਵੱਡੀ ਲੋੜ ਤੇ ਸਮੱਸਿਆ ਹੈ। ਜਦੋਂ ਤੱਕ ਮਨੁੱਖ ਆਪਣੇ ਆਪ ਨੂੰ ਸਧਾਰਨ ਨਹੀਂ ਸਮਝਦਾ, ਨਾ ਉਸ ਨੂੰ ਨੀਂਦ ਆਏਗੀ, ਨਾ ਉਹ ਕੋਈ ਹੰਢਣਸਾਰ ਸੁਖਾਵਾਂ ਰਿਸ਼ਤਾ ਉਸਾਰ ਸਕੇਗਾ। ਨੀਂਦ ਵਿੱਚ ਸੁਪਨੇ ਸਾਡੀ ਅਸਾਧਾਰਨਤਾ ਦਾ ਭਰਮ ਤੋੜ ਕੇ ਸਾਨੂੰ ਸਧਾਰਨਤਾ ਦਾ ਸੰਤੁਲਨ ਪ੍ਰਦਾਨ ਕਰਦੇ ਹਨ। ਸੱਚ ਤਾਂ ਇਹ ਹੈ ਕਿ ਸਾਨੂੰ ਨੀਂਦ ਦੀ ਲੋੜ ਨਹੀਂ ਹੁੰਦੀ, ਸਾਨੂੰ ਸੁਪਨਿਆਂ ਦੀ ਲੋੜ ਹੁੰਦੀ ਹੈ, ਕਿਉਂਕਿ ਸੁਪਨੇ ਨੀਂਦ ਤੋਂ ਬਿਨਾਂ ਸੰਭਵ ਨਹੀਂ ਹੁੰਦੇ। ਇਸ ਲਈ ਅਸੀਂ ਨੀਂਦ ਦੀ ਲੋੜ ਅਨੁਭਵ ਕਰਦੇ ਹਾਂ। ਸਧਾਰਨਤਾ ਦਾ ਗੁਣ ਇਸ ਲਈ ਲੋਪ ਹੁੰਦਾ ਜਾ ਰਿਹਾ ਕਿਉਂਕਿ ਜੀਵਨ ਦੇ ਹਰ ਖੇਤਰ ਵਿੱਚ ਅਸਾਧਾਰਨਤਾ ਤੇ ਵਿਸ਼ੇਸ਼ਤਾ ਸਾਡਾ ਵਧੇਰੇ ਧਿਆਨ ਖਿੱਚਦੀਆਂ ਹਨ। ਉਦਾਹਰਨ ਵਜੋਂ ਅਸੀਂ ਕਾਤਲਾਂ, ਡਾਕੂਆਂ, ਅਪਰਾਧੀਆਂ, ਰੋਗੀਆਂ, ਹਾਦਸਿਆਂ ਵੱਲ ਜਿੰਨਾ ਵਧੇਰੇ ਧਿਆਨ ਦਿੰਦੇ ਹਾਂ, ਉਹਨਾਂ ਸਾਦੇ, ਸਰਲ ਤੇ ਸਧਾਰਨ ਲੋਕਾਂ ਵੱਲ ਨਹੀਂ ਦਿੰਦੇ। ਇਵੇਂ ਅਕਾਲਾਂ, ਭੁਚਾਲਾਂ, ਹੜ੍ਹਾਂ, ਜੰਗਾਂ ਆਦਿ ਨੂੰ ਉਹਨਾਂ ਦੀ ਅਸਾਧਾਰਨਤਾ ਕਰਕੇ ਹੀ ਯਾਦ ਰੱਖਿਆ ਜਾਂਦਾ ਹੈ। ਕਿਸੇ ਦੇ ਵਿਆਹ ਜਾਂ ਕਿਸੇ ਸਮਾਗਮ ਦੇ ਅਸਾਧਾਰਨ ਵੇਰਵੇ ਹੀ ਸਾਨੂੰ ਯਾਦ ਰਹਿੰਦੇ ਹਨ। ਇੱਕ ਵਾਰੀ ਜਦੋਂ ਮੈਂ ਰਾਜਨੀਤਿਕ ਕੈਦੀ ਵਜੋਂ ਜੇਲ੍ਹ ਵਿੱਚ ਸਾਂ ਤਾਂ ਉੱਥੇ ਮੈਨੂੰ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਉਮਰ ਕੈਦ ਤੇ ਹੋਰ ਕੈਦਾਂ ਭੁਗਤ ਰਹੇ ਵਿਅਕਤੀ ਉਦਾਸ ਜਾਂ ਮਾਯੂਸ ਹੋਣ ਦੀ ਥਾਂ ਆਪਣੇ ਆਪ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ ਤੇ ਵਧੇਰੇ ਸਾਫ਼ ਸੁਥਰੇ ਤੇ ਸੰਤੁਸ਼ਟ ਸਨ। ਇਹਦਾ ਉੱਤਰ ਬੜੀ ਦੇਰ ਮਗਰੋਂ ਜਾ ਕੇ ਇੱਕ ਪੁਸਤਕ ਵਿੱਚੋਂ ਮਿਲਿਆ। ਇਹ ਵਿਅਕਤੀ ਜੇਲ੍ਹ ਤੋਂ ਬਾਹਰ ਸਧਾਰਨ ਵਿਅਕਤੀ ਸਨ। ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਸੀ ਜਾਂਦਾ। ਕੈਦ ਹੋ ਜਾਣ ਕਾਰਨ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਅਸਾਧਾਰਨ ਬਣ ਗਏ ਤੇ ਰਿਸ਼ਤੇਦਾਰ ਕੈਦੀਆਂ ਲਈ ਘਿਓ ਤੇ ਪਿੰਨੀਆਂ ਦੇ ਪੀਪੇ ਦੇ ਕੇ ਜਾਂਦੇ ਸਨ। ਹੁਣ ਕੈਦੀਆਂ ਨੂੰ ਪਰਿਵਾਰ ਦੀ ਚਿੰਤਾ ਨਹੀਂ ਸੀ, ਸਗੋਂ ਪਰਿਵਾਰ ਨੂੰ ਉਹਨਾਂ ਦੀ ਚਿੰਤਾ ਸੀ। ਤੁਸੀਂ ਦੇਖਿਆ ਹੋਵੇਗਾ ਕਿ ਜੇ ਬੱਚੇ ਨੂੰ ਕੋਈ ਸੱਟ ਲੱਗਣ ਕਾਰਨ ਪੱਟੀ ਬੰਨ੍ਹ ਦਿੱਤੀ ਜਾਵੇ ਤਾਂ ਉਹ ਆਪਣੇ ਆਪ ਨੂੰ ਵਿਸ਼ੇਸ਼ ਵਿਅਕਤੀ ਸਮਝਣ ਲੱਗ ਪੈਂਦਾ ਹੈ। ਹਰ ਪ੍ਰਕਾਰ ਦੀ ਰਚਨਾ, ਹੁਨਰ ਤੇ ਕਲਾ ਵੀ ਸਧਾਰਨ ਨੂੰ ਵਿਸ਼ੇਸ਼ ਬਣਾਉਣ ਦਾ ਹੀ ਉਪਰਾਲਾ ਕਰਦੀ ਹੈ। ਸਧਾਰਨਤਾ ਨੂੰ ਅਜੋਕਾ ਯੁੱਗ ਔਗਣ ਦੇ ਅਰਥਾਂ ਵਿੱਚ ਲੈਂਦਾ ਹੈ।
ਵਰਦੀਆਂ, ਤਮਗਿਆਂ, ਫੁੰਮਣਾਂ, ਫੀਤਿਆਂ ਤੇ ਅਹੁਦਿਆਂ ਨਾਲ ਜਦੋਂ ਕਿਸੇ ਵਿਅਕਤੀ ਨੂੰ ਵੀਰ, ਯੋਧਾ ਜਾਂ ਪਤਵੰਤਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਵੇਖ ਕੇ ਸਧਾਰਨ ਵਿਅਕਤੀ ਨੂੰ ਆਪਣੀ ਸਧਾਰਨਤਾ ਤੇ ਮਾਣ ਹੋਣ ਦੀ ਥਾਂ ਸ਼ਰਮ ਆਉਣ ਲੱਗ ਪੈਂਦੀ ਹੈ। ਅਜੋਕੇ ਯੁੱਗ ਵਿੱਚ ਅਸਾਧਾਰਨ ਤੇ ਵਿਸ਼ੇਸ਼ ਦਾ ਬੋਲਬਾਲਾ ਹੈ। ਸਾਰਾ ਸਾਹਿਤ, ਫਿਲਮਾਂ ਆਦਿ ਅਸਾਧਾਰਨ ਨਾਇਕ ਨਾਇਕਾਵਾਂ ਨੂੰ ਪੇਸ਼ ਕਰਨ ਦੇ ਸਾਧਨ ਹਨ। ਇਹ ਸਾਰੇ ਯਤਨ ਅਸਾਧਾਰਨਤਾ ਦਾ ਭੁਲੇਖਾ ਉਸਾਰਨ ਦੇ ਉਪਰਾਲੇ ਹਨ। ਇਹ ਉਪਰਾਲੇ ਸਧਾਰਨਤਾ ਦਾ ਮੁੱਲ ਘਟਾਉਂਦੇ ਹਨ ਤੇ ਸਧਾਰਨ ਵਿਅਕਤੀਆਂ ਨੂੰ ਨਿਰਾਸ਼ ਕਰਦੇ ਹਨ। ਧਿਆਨ ਨਾਲ ਵੇਖਿਆ ਜਾਏ ਤਾਂ ਸੰਸਾਰ ਦੇ ਅਸਾਧਾਰਨ ਲੋਕ ਸਧਾਰਨ ਲੋਕਾਂ ਉੱਤੇ ਨਿਰਭਰ ਕਰਦੇ ਹਨ ਤੇ ਸਧਾਰਨ ਲੋਕਾਂ ਦੇ ਮੁਹਤਾਜ ਹਨ। ਸੰਸਾਰ ਦੀ ਸਾਰੀ ਦੌਲਤ ਤੇ ਸੁੱਖ ਸਮੱਗਰੀ ਸਧਾਰਨ ਲੋਕਾਂ ਦੀ ਮਿਹਨਤ ਨਾਲ ਉਸਰਦੀ ਹੈ, ਪਰ ਸਧਾਰਨ ਲੋਕਾਂ ਨੂੰ ਆਪਣੀ ਸਧਾਰਨਤਾ ਪ੍ਰਤੀ ਸ਼ਰਮਸਾਰ ਕਰਕੇ ਇਹਨਾਂ ਨੂੰ ਅਸਾਧਾਰਨ ਵਿਅਕਤੀਆਂ ਦੇ ਦਾਸ, ਸੇਵਕ, ਗੁਲਾਮ ਬਣਾਇਆ ਜਾਂਦਾ ਹੈ। ਇਸ ਵਰਤਾਰੇ ਨੇ ਸਧਾਰਨ ਜੀਵਨ ਨੂੰ ਸਤਿਕਾਰਯੋਗ ਨਹੀਂ ਰਹਿਣ ਦਿੱਤਾ। ਸੰਸਾਰ ਦੀ 3/4 ਨਾਲੋਂ ਵੀ ਵਧੇਰੇ ਵਸੋਂ ਸਧਾਰਨ ਲੋਕਾਂ ਦੀ ਹੈ, ਪਰ ਇੰਨੀ ਵੱਡੀ ਜਨਸੰਖਿਆ ਦਾ ਗੌਰਵਹੀਨ ਹੋਣਾ ਨਿਰਾਸ਼ਤਾ ਦਾ ਵਾਤਾਵਰਨ ਹੀ ਸਿਰਜ ਰਿਹਾ ਹੈ। ਜਿਸ ਸਮਾਜ ਦਾ ਸਧਾਰਨ ਵਿਅਕਤੀ ਨਿਰਾਸ਼ ਤੇ ਪਰੇਸ਼ਾਨ ਹੈ, ਉਹ ਸਮਾਜ ਪ੍ਰਸੰਨ ਬਿਰਤੀ ਵਾਲੇ ਵਿਅਕਤੀ ਨਹੀਂ ਸਿਰਜ ਸਕਦਾ।